ਇਹ ਮੋਰਚਾ ਜਿਹੜਾ ਲਗਭਗ ਪਿਛਲੇ 1 ਸਾਲ ਤੋਂ ਸ਼ੁਰੂ ਹੋਇਆ ਔਰ 1 ਸਾਲ 26 ਨਵੰਬਰ ਨੂੰ ਹੋਣ ਵਾਲਾ ਹੈ। ਦੇਸ਼ ਦੇ ਅੰਦਰ ਤਾਂ ਹੈ ਹੀ, ਸੰਸਾਰ ਦੇ ਅੰਦਰ ਸਭ ਤੋਂ ਲੰਬਾ ਚੱਲਣ ਵਾਲਾ ਔਰ ਸਭ ਤੋਂ ਵੱਧ ਸ਼ਾਂਤਮਈ ਰਹਿਣ ਵਾਲਾ ਮੋਰਚਾ ਹੈ। ਸਾਰੇ ਸੰਸਾਰ ਦੇ ਲੋਕ ਭਾਵੇਂ ਉਹ ਕਿਸੇ ਨਾਲ ਵੀ ਸੰਬੰਧਿਤ ਕਿਉਂ ਨਾ ਹੋਣ, ਇਸ ਮੋਰਚੇ ਤੇ ਆਪਣੀ ਨਜ਼ਰ ਰੱਖਦੇ ਨੇ। ਉਹ ਮੋਰਚੇ ਨੂੰ ਇਸ ਤਰ੍ਹਾਂ ਦੇਖਦੇ ਨੇ ਕਿ ਮੋਰਚੇ ਨੇ ਬਹੁਤ ਵੱਡੀ ਤਬਦੀਲੀ ਦੇਸ਼ 'ਚ ਕਰਨੀ ਹੈ। ਭਾਵੇਂ ਸੰਸਾਰ ਭਰ ਦੇ ਵਿੱਚ ਬਹੁਤ ਮੋਰਚੇ ਲੱਗੇ, ਪਰ ਇੰਨਾ ਲੰਬਾ ਇੰਨੀ ਦੇਰ ਸ਼ਾਂਤਮਈ ਮੋਰਚਾ ਕੋਈ ਨਹੀਂ। ਇਹਦਾ ਸਿਹਰਾ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਾਂਦਾ ਹੈ। ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਮੇਰੇ ਸਾਹਮਣੇ ਬੈਠੇ ਭੈਣੋਂ ਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਛੋਟੇ ਤਕਰੀਰ ਦੇ ਵਿੱਚ 3 ਗੱਲਾਂ ਦੇ ਉੱਪਰ ਬਲ ਦੇਣਾ ਹੈ, ਬਹੁਤਾ ਲੰਬਾ ਭਾਸ਼ਣ ਨਹੀਂ ਕਰਨਾ। ਮੇਰੇ ਸਾਥੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਟੇਜ ਤੇ ਬਿਰਾਜਮਾਨ ਨੇ, ਉਹ ਬਾਕੀ ਮੁੱਦੇ ਲੈਣਗੇ। ਮੈਂ ਸਿਰਫ 3 ਗੱਲਾਂ ਸਾਂਝੀਆਂ ਕਰਨੀਆਂ। ਮੇਰੇ ਸਾਥੀ ਟਾਂਡਾ ਜੀ ਨੇ ਕਿਹਾ ਕਿ ਮੋਰਚਾ ਬਹੁਤ ਲੰਬਾ ਹੈ ਔਰ ਮੋਰਚਾ ਆਪਣੀ ਪ੍ਰਾਪਤੀ ਵੱਲ ਵਧ ਰਿਹਾ ਹੈ। ਇਹ 'ਚ ਕੋਈ ਸ਼ੱਕ ਨਹੀਂ। ਇਹ ਅਸੀਂ ਨਹੀਂ ਕਹਿੰਦੇ, ਇਹ ਸਾਰਾ ਦੇਸ਼ ਕਹਿੰਦਾ ਔਰ ਸਾਰਾ ਵਿਦੇਸ਼ ਕਹਿੰਦਾ। ਇਹ ਮੋਰਚਾ ਜਿਹੜਾ ਲਗਭਗ ਪਿਛਲੇ 1 ਸਾਲ ਤੋਂ ਸ਼ੁਰੂ ਹੋਇਆ ਔਰ 1 ਸਾਲ 26 ਨਵੰਬਰ ਨੂੰ ਹੋਣ ਵਾਲਾ ਹੈ, ਇਹ ਸੰਸਾਰ ਦੇ ਅੰਦਰ, ਦੇਸ਼ ਦੇ ਅੰਦਰ ਤਾਂ ਹੈ ਹੀ, ਸੰਸਾਰ ਦੇ ਅੰਦਰ ਸਭ ਤੋਂ ਲੰਬਾ ਚੱਲਣ ਵਾਲਾ ਔਰ ਸਭ ਤੋਂ ਵੱਧ ਸ਼ਾਂਤਮਈ ਰਹਿਣ ਵਾਲਾ ਮੋਰਚਾ ਹੈ। ਸਾਰੇ ਸੰਸਾਰ ਦੀਆਂ ਸਰਕਾਰਾਂ, ਸਾਰੇ ਸੰਸਾਰ ਦੇ ਲੋਕ ਭਾਵੇਂ ਉਹ ਕਿਸੇ ਨਾਲ ਵੀ ਸੰਬੰਧਿਤ ਕਿਉਂ ਨਾ ਹੋਣ, ਇਸ ਮੋਰਚੇ ਤੇ ਆਪਣੀ ਨਜ਼ਰ ਰੱਖਦੇ ਨੇ। ਔਰ ਜਿੱਥੇ ਵੀ ਕੋਈ ਰਿਸ਼ਤੇਦਾਰ ਵੀ ਸਾਡੇ ਬੈਠੇ ਨੇ, ਇੱਥੇ ਆਉਂਦੇ ਨੇ, ਉਹ ਹਮੇਸ਼ਾ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਕਿ ਮੋਰਚਾ ਕਿਸ ਹਾਲਤ ਦੇ ਵਿੱਚ ਹੈ, ਮੋਰਚਾ ਕਿਸ ਤਰ੍ਹਾਂ ਚੱਲ ਰਿਹਾ ਹੈ। ਉਹ ਮੋਰਚੇ ਨੂੰ ਇਸ ਤਰ੍ਹਾਂ ਦੇਖਦੇ ਨੇ ਕਿ ਮੋਰਚੇ ਨੇ ਬਹੁਤ ਵੱਡੀ ਤਬਦੀਲੀ ਦੇਸ਼ 'ਚ ਕਰਨੀ ਹੈ। ਔਰ ਇਹ ਵੀ ਉਹਨਾਂ ਨੂੰ ਪਤਾ ਹੈ, ਭਾਵੇਂ ਸੰਸਾਰ ਭਰ ਦੇ ਵਿੱਚ ਬਹੁਤ ਮੋਰਚੇ ਲੱਗੇ, ਪਰ ਇੰਨਾ ਲੰਬਾ ਇੰਨੀ ਦੇਰ ਸ਼ਾਂਤਮਈ ਮੋਰਚਾ ਕੋਈ ਨਹੀਂ। ਅਰਬ ਸਪਰਿੰਗ ਅਰਬਾਂ ਦੇ ਵਿੱਚ ਕਈ ਸਾਲ ਪਹਿਲਾਂ ਤਬਦੀਲੀ ਆਈ। 40-40, 50-50 ਸਾਲ ਤੋਂ ਜਿਹੜੇ ਹਾਕਮ ਬੈਠੇ ਸੀ, ਨਾ ਕਦੇ ਵੋਟ ਹੈ ਨਾ ਕੋਈ ਦਲੀਲ ਹੈ, ਰਾਜ ਕਰੀ ਜਾਂਦੇ ਸੀ। ਲੋਕ ਇਕੱਠੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦੀ ਰਾਜਧਾਨੀਆਂ 'ਚ 1-1 ਲੱਖ ਨਹੀਂ, ਕਈ ਲੱਖ ਲੋਕਾਂ ਨੇ ਕਈ ਦਿਨ ਜਾ ਕੇ ਮੁਜ਼ਾਹਰਾ ਧਰਨੇ ਦਿੱਤੇ ਔਰ ਉਹ ਹਾਕਮ ਗੱਦੀਆਂ ਛੱਡ ਕੇ ਭੱਜ ਗਏ ਸੀ। ਉਹ ਥੋੜੇ ਦਿਨ ਮੋਰਚੇ ਚੱਲੇ, ਪਰ ਇਹ ਮੋਰਚਾ ਜਿਹੜਾ ਤਾਂ ਬਹੁਤ ਲੰਬਾ ਹੈ। ਇਹ 1 ਸਾਲ ਦਾ ਹੋ ਗਿਆ, ਹੋਰ ਪਤਾ ਨਹੀਂ ਇਸਨੇ ਕਿੰਨਾ ਚੱਲਣਾ ਹੈ। ਇਸ ਲਈ ਨੇ ਇੱਕ ਇਤਿਹਾਸ ਜ਼ਰੂਰ ਬਣਾ ਦਿੱਤਾ ਹੈ, ਜਿਹੜਾ ਇਤਿਹਾਸ ਸੰਸਾਰ 'ਚ ਕਿਤੇ ਨਹੀਂ ਬਣਿਆ। ਇਹਦਾ ਸਿਹਰਾ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਾਂਦਾ ਹੈ, ਜਿਹੜੇ ਇੰਨੇ ਸਿਦਕ ਨਾਲ, ਇੰਨੇ ਸਬਰ ਨਾਲ, ਇੰਨੇ ਹੌਸਲੇ ਨਾਲ ਸਰਕਾਰ ਦੀਆਂ ਕਿੰਨੀਆਂ ਕੋਝੀਆਂ ਹੱਥਕੰਡਿਆਂ ਦੇ ਖਿਲਾਫ, ਸਾਰੀਆਂ ਹਰਕਤਾਂ ਦੇ ਖਿਲਾਫ ਇੱਥੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ। ਦੂਜੀ ਗੱਲ ਇਹ ਹੈ ਕਿ ਇਸ ਨੇ ਇੱਕ ਬਿਰਤਾਂਤ ਵੀ ਸਿਰਜਿਤ ਹੈ। ਸਾਡੇ ਦੇਸ਼ ਦੇ ਅੰਦਰ ਆਪਾਂ ਨੂੰ ਪਤਾ ਹੈ ਕਿ ਸਰਮਾਏਦਾਰੀ ਰਾਜ ਹੈ, ਸਰਮਾਏਦਾਰ ਪਾਰਟੀਆਂ ਦੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ, ਉਹ ਕਦੇ ਤੁਹਾਡੇ ਮੁੱਦਿਆਂ ਦੇ ਬਹਿਸ ਨਹੀਂ ਹੋਣ ਦਿੰਦੀਆਂ। ਕਦੇ ਵੀ ਅਜਿਹਾ ਅਜੇ ਤੱਕ ਹੋਇਆ ਨਹੀਂ ਕਿ ਗਰੀਬੀ ਅਮੀਰੀ ਦੇ ਦੇਸ਼ 'ਚ ਬਹਿਸ ਚੱਲਦੀ ਹੋਵੇ, ਕਿਉਂ ਹੈ। ਕਦੇ ਅਜਿਹਾ ਨਹੀਂ ਹੋਇਆ ਕਿ ਮਹਿੰਗਾਈ ਕੌਣ ਕਰਦਾ ਹੈ, ਮਹਿੰਗਾਈ ਦੇਸ਼ ਦੇ ਵਿੱਚ ਕਿਉਂ ਹੈ, ਇਸ ਤੇ ਬਹਿਸ ਹੋਵੇ। ਕਦੇ ਇਹ ਨਹੀਂ ਹੋਇਆ ਕਿ ਬੇਰੁਜ਼ਗਾਰ ਕਰੋੜਾਂ ਦੇਸ਼ ਦੇ ਅੰਦਰ ਕਿਉਂ ਘੁੰਮਦੇ ਨੇ, ਕੌਣ ਪੈਦਾ ਕਰਦਾ ਹੈ, ਕੌਣ ਇਸ ਦਾ ਹੱਲ, ਕੀ ਹੱਲ ਹੈ, ਇਹਦੇ ਉੱਪਰ ਬਹਿਸ ਕਦੇ ਨਹੀਂ ਹੋਈ। ਬਹਿਸ ਕਿਸ ਦੇ ਉੱਪਰ ਹੁੰਦੀ ਹੈ? ਜਿਹੜੇ ਮੁੱਦੇ ਨਹੀਂ ਹੁੰਦੇ, ਕਿਉਂਕਿ ਸਰਕਾਰਾਂ ਸਾਡਾ ਧਿਆਨ ਭਟਕਾਉਂਦੀਆਂ ਨੇ। ਭਾਵੇਂ ਜੰਮੂ ਕਸ਼ਮੀਰ 'ਚ 370 ਦਾ ਮਾਮਲਾ ਖੜਾ ਕਰ ਦਿੱਤਾ ਜਾਏ, ਜਾਂ ਦੇਸ਼ ਦੀ ਕੋਈ ਸੁਰੱਖਿਆ ਦਾ ਸਵਾਲ ਆ ਜਾਵੇ, GST ਦਾ ਸਵਾਲ ਤੁਹਾਡੇ ਸਾਹਮਣੇ ਆ ਗਿਆ, ਹੋਰ ਬੜੇ ਮੁੱਦੇ ਹੋਣਗੇ, ਕੋਈ ਫਿਰਕਾ ਪ੍ਰਸਤੀ ਦਾ ਮੁੱਦਾ ਹੋਏਗਾ, ਕੋਈ ਖੇਤਰੀਵਾਦ ਦਾ ਮੁੱਦਾ ਹੋ ਜਾਣਾ। ਲੋਕਾਂ ਦਾ ਧਿਆਨ ਸਰਮਾਏਦਾਰ ਜਮਾਤਾਂ
इन्हां मुद्दों तो भटका के जिहड़े बुनियादी मुद्दे ने जिन्हां ने समाजिक कोई तब्दीली लियाउणी है, लोकां दा भला करना है, इन्हां मिलावटां तो बंद खलासी दवानी है, वो मुद्दों तो भटका दिंदियां ने। इस मोर्चे की देन है कि इसने मजबूर किया है सरकार नूं भी और सारे देश के अंदर। ये अज कहण दी गल नहीं, तुहाडे सामने तमिलनाडु तो, केरला तो, बाकी थावां तो किन्ने वड्डे डेलीगेशन आउंदे ने चल के। वो भावें भाषा उन्हां दी वखरी होवे, उन्हां दा बोलण दा अंदाज वखरा होवे, पहरावा वखरा होवे, खाण दी आदतां वखरियां होण, पर समझदारी इक्को ही है। जो पंजाब ते हरियाणे दे किसान समझते ने कि खेती कानून माड़े ने, किसानां दी बर्बादी दे कानून ने, कारपोरेट सैक्टर की सेवा करने वाले कानून ने, अज वो दक्षिण दे विच बैठे, अज वो पश्चिम दे विच बैठे, सारे लोग चाहे पूर्व दे विच होण, वो सारे लोग यही समझते हैं और बिरतांत भी यही है। ये अखबार भी लिखते हैं, थां थां चर्चा भी हुंदी है। तुसीं जिथे मर्जी जाओ, होर किसी मुद्दे ते बहस नहीं हुंदी, सब तो पहला चर्चा चलती है किसान मोर्चे की कि भी किसान मोर्चे का की हो रहा है। आ खेतीबाड़ी कानून जिहड़े सरकार ने बनाए ने, ये खेतीबाड़ी कानूनां ते बहस हुंदी है। अज साडे कहण दी लोड़ नहीं, अज थां थां बुलारे ने। पंजाब च हर घर च बुलारा बैठा है, हरियाणे दे हर घर च बुलारा है। साडियां मावां भैणां सारियां च स्पीकर ने, वो सारियां ठोक ठोक के जवाब दिंदियां ने कि खेती कानून माड़े ने। ये सरकार ने कारपोरेट घराणिਆਂ ਨੂੰ मुनाफे पहुंचाने के लिए, किसानों की बर्बादी लई, उन्होंने जमीनां खोण के लिए बनाए। और जो पैदावारी साधन है, आ जमीन जिहदे थल्ले दा सरकार का कब्जा सी पर उपर कब्जा किसानों का सी, उहदे उपर भी कब्जा करना चाहुंदे ने। इहदा बरतांत अज होया और सारे देश दे विच चर्चा है। मैं कहना सरकार दी भी हार है। तीसरी हार यह है कि वो बैठे दुश्मन, अज तक तो यह लगता सी कि सरकार कांग्रेस पार्टी की आए, आ दिल्ली च बैठे ने, वो दुश्मन है लोगों की, वो दुश्मन है, नुमाइंदा सरकार है, चुन के भेजी है, कानून वो पास कर दी है। अज भारतीय जनता पार्टी है, सरकार चल रही है 2014 तो, कानून पास कर दिया साढ़े खिलाफ। अज दुश्मन सरकार वो है। इसलिए राज करने वाली जमातां वख-वख पार्टियां के रूप के अंदर, वख-वख पार्टियां के मूहरे घोड़े ला के वो आउंदियां ने, वो दुश्मन है लोगों दियां। पर पिछे कौन बैठा है, यदी निशानदेही बड़ी औखी सी, हुंदी नहीं सी। बड़ा लंबा समा लग्या किसानों नूं भी, बड़ा लंबा समा लग्या थोनू भी कि वो कौन लोग ने जिहड़े आखिरकार कानून कढ़दे ने पिछे बैठे, जिहड़े पॉलिसी बना रहे ने, जिहड़ी पॉलिसी मोदी भी चलाउंदा है, जिहड़ी पॉलिसी नूं मनमोहन सिंह ने भी चलाया है। इन्हां दे पिछे कौन बैठे ने? साडे देश च नहीं, विदेशों च भी इस तरह वो वड्डे कारखानेदार, वड्डे हजारेदार, वड्डे कारपोरेट घराणे जिन्हां दे हित केवल मुनाफा कमाउण दे विच ने, वो सरकारां दे पिछे बैठे ने। वो नीति घड़दे ने, प्रोग्राम बनाउंदे ने और प्रोग्राम इन्हां राही लागू करदे ने। इसलिए पंजाब दे किसानां ने जदों ये कानून बने तो सब तो पहले निशानदेही कर लई कि कानून बनाए तो सरकार ने, भावें पार्लीमेंट के अंदर, पर बनाए किन्हां दे हित दे लई है और किन्हां ने बनाए ने, ये निशानदेही पंजाब के किसानों ने की। ये सेहरा उन्होंने जिहड़ा सेहरा उन्होंने सिर है, सारे देश नूं अज पता है। अज सारे देश के अंदर वो कारपोरेट घराणे अदानी ते अंबानी जिहड़े बहुते पहलां आपां सुणदे नहीं सी, ये नवीं आर्थिक नीति जदों 1991 दे विच आई, ये उस तो बाद ही देन है। पहला अदानी अंबानी का नां नहीं सी, पहला टाटा हुंदा सी, बिरला सी, होर बड़े घराणे सी, उन्हां दी आपां गल करदे सी। पर नवीं आर्थिक नीति ने नवे हजारेदार कायम किए और अदानी ते अंबानी दो ऐसे हजारेदार ने, दो ऐसे कारपोरेट घराणे ने जो संसार के कारपोरेट घराणे की लिस्ट के अंदर 11वें 12वें 17वें नंबर पर आउंदे ने। इसलिए ये लोग ने जिन्हां दी निशानदेही इस मोर्चे ने की, इन्हें देश के असल दुश्मन ये चला रहे हैं सरकारां नूं। ये चाहुंदे ने थोड़ी बर्बादी, ये चाहुंदे ने किसानां दी बर्बादी। ये अज पिछे ने, ये निशानदेही भी इस मोर्चे ने की है। इसलिए प्यारे साथियों, ये बहुत जरूरी सी, बहुत वड्डी लड़ाई इसलिए चल रही सी। समाज दे विच बहुत वड्डा उभार देर तो सी
ਤਬਦੀਲੀ ਦਾ ਦੌਰ ਸੀ, ਪਰ ਤਬਦੀਲੀ ਨੂੰ ਤੇਜ਼ ਕੌਣ ਕਰੇ? ਅੰਗੜਾਈ ਸਮਾਜ ਲੈ ਰਿਹਾ ਸੀ ਕਿ ਕਿਤੇ ਨਾ ਕਿਤੇ ਕੋਈ ਦੁਸ਼ਮਣ ਬੈਠਾ ਹੈ ਜਿਹਦੀ ਪਛਾਣ ਨਹੀਂ ਹੋ ਰਹੀ। 5 ਸਾਲਾਂ ਬਾਅਦ ਸਰਕਾਰਾਂ ਬਦਲ ਜਾਂਦੀਆਂ ਨੇ, ਆਪਾਂ ਵੋਟ ਪਾ ਲੈਂਦੇ ਆ ਕਿ ਇਹਨਾਂ ਕੰਮ ਗਲਤ ਕੀਤੇ, यूपीए बदल दिओ, एनडीए ले आओ, बंदे ਉਹੀ ਹੁੰਦੇ ਨੇ, नीति ਉਹੀ ਹੁੰਦੀ है। देश की आज़ादी तो बाद किसी ने होर कोई नवी नीति नहीं चलाई, ਉਹੀ अमरीका तो चलती साम्राज्य विश्वीकरण, ਉਹੀ अमरीका की नीतियां ਜਿਹੜੀਆਂ सरमाएदार पक्षी कारपोरेट पक्षी, ਉਹੀ नीतियां इत्थे चलदियां रहियां ने। इस करके अज निशानदेही है जिहड़ी इस मोर्चे ने कीती है कि असल जिहड़ी लड़ाई है, असल जिहड़े दुश्मन है ਉਹ ਜਮਾਤਾਂ ਪਿੱਛੇ ਬੈਠੀਆਂ ਨੇ ਜਿਹੜੀਆਂ ਇਹ ਰਾਜ ਕਰਦੀਆਂ ਨੇ ਔਰ ਇਹਨਾਂ ਰਾਹੀਂ ਰਾਜ ਕੀਤਾ ਜਾਂਦਾ ਹੈ। ਅੱਜ ਉਹ ਕਟਹਿਰੇ ਦੇ ਵਿੱਚ ਨੇ, ਉਹਨਾਂ ਨੂੰ ਕੰਬੜੀਆਂ ਛੜੀਆਂ ਹੋਈਆਂ ਨੇ, ਕਿਤੇ ਕਾਰੋਬਾਰ ਛੱਡ ਕੇ ਭੱਜ ਰਹੇ ਆ। ਮੈਨੂੰ ਤਾਂ ਚੰਡੀਗੜ੍ਹ 'ਚ ਬੈਠਾ ਇੱਕ ਬੜਾ ਅੱਛਾ ਅਰਥਸ਼ਾਸਤਰੀ ਦੱਸ ਰਿਹਾ ਸੀ ਕਿ ਅੰਬਾਨੀ ਔਰ ਅਦਾਨੀ ਜਲਦੀ ਬਾਹਰਲੇ ਦੇਸ਼ਾਂ ਦੇ ਅੰਦਰ ਬਹੁਤ ਵੱਡੇ ਜਿਹੜੇ ਮਕਾਨ ਨਹੀਂ ਕਿਲਿਆਂ ਵਰਗੀਆਂ ਚੀਜ਼ਾਂ ਖਰੀਦ ਰਹੇ ਨੇ ਕਿ ਪਤਾ ਨਹੀਂ ਕਦੋਂ ਪ੍ਰਾਪਰਟੀ ਉੱਥੇ ਹੀ ਬਣਦੀਆਂ ਨੇ, ਇਹਨਾਂ ਦੀਆਂ ਜ਼ਮੀਨਾਂ ਵੀ ਖਰੀਦੀਆਂ ਜਾ ਰਹੀਆਂ ਨੇ ਕਿ ਪਤਾ ਨਹੀਂ ਦੇਸ਼ ਛੱਡ ਕੇ ਕਦੋਂ ਭੱਜਣਾ ਪਵੇ। ਇਹ ਮੋਰਚੇ ਨੇ ਹਟਣਾ ਨਹੀਂ, ਇਹ ਮੋਰਚੇ ਨੇ ਦਾ ਭੋਗ ਪਾਣਾ ਹੈ। ਇਹ ਵਿਜੇ ਮਾਲੀਆ ਵਰਗਾ ਹਾਲ ਹੋਣਾ ਹੈ। ਵਿਜੇ ਮਾਲੀਆ ਦੇਸ਼ ਚੋਂ ਭੱਜਿਆ ਲੱਖਾਂ ਕਰੋੜਾਂ ਰੁਪਏ ਲੈ ਕੇ, ਤੁਹਾਡੇ ਖਜ਼ਾਨੇ ਦੇ ਲੋਕਾਂ ਦੇ ਪੈਸੇ ਦੇ, ਉਹ ਵਿਦੇਸ਼ਾਂ 'ਚ ਬੈਠੇ, ਇੱਕ ਨਹੀਂ ਪਤਾ ਨਹੀਂ ਕਿੰਨੇ ਬੈਠੇ ਨੇ। ਇਹ ਮੋਦੀ ਸਰਕਾਰ ਪਛਾਣ ਨਹੀਂ ਕਰਦੀ, ਕਹਿੰਦੇ ਨੇ ਕਾਲਾ ਧਨ ਲਿਆਵਾਂਗੇ, ਆਪਣੇ ਆਪ ਭਜਾਏ ਨੇ ਬਾਹਰ, ਕੋਈ ਲਿਆਉਣ ਨੂੰ ਤਿਆਰ ਨਹੀਂ, ਨਾ ਉਹਨਾਂ ਨੂੰ ਲਿਆਉਣ ਨੂੰ ਤਿਆਰ ਹੈ, ਨਾ ਕਾਲਾ ਧਨ ਲਿਆਉਣ ਲਈ ਤਿਆਰ ਹੈ। ਇਸ ਲਈ ਅਦਾਨੀ ਅੰਬਾਨੀ ਇਹਨਾਂ ਦਾ ਵੀ ਇਹ ਹਸ਼ਰ ਹੋਣਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਾਰੇ ਲੁਟੇਰਿਆਂ ਨੂੰ ਇਹ ਦੇਸ਼ ਛੱਡ ਕੇ ਭੱਜਣਾ ਪੈਣਾ ਹੈ, ਕਿਉਂਕਿ ਲਹਿਰ ਇੰਨੀ ਮਜ਼ਬੂਤ ਹੋ ਰਹੀ ਹੈ, ਮੋਰਚਾ ਇੰਨਾ ਤਕੜਾ ਹੋ ਰਿਹਾ ਹੈ, ਦੁਸ਼ਮਣ ਦੀ ਪਛਾਣ ਹੋ ਚੁੱਕੀ ਹੈ, ਦੁਸ਼ਮਣ ਨੰਗਾ ਹੋ ਚੁੱਕਿਆ ਹੈ। ਇਹ ਖੇਤੀ ਕਾਨੂੰਨ ਦਾ ਰੱਦ ਹੋ ਜਾਣੇ ਨੇ, ਇਹ 'ਚ ਦੇਰ ਨਹੀਂ। ਸੋ ਸ੍ਰੀ ਅਕਾਲ। खेती कानून रद्द हो जाने, देर नहीं, ये गल छोटी है। हुण गल इस तो अगे चली गई है कि जिहड़ी नीति ने खेती कानून लियाते, जिहड़ी साम्राज्य विश्वीकरण अमरीका दी नीतियां जिहड़ी इत्थे लागू हो रही ने, जिहड़ा सारे देश नूं बेच रही है रोजाना, कोई एक भी सैक्टर बचा नहीं जिहड़ा बेचा नहीं, सारे देश नूं बेचण दी गल हो रही है। अज लड़ाई उन्हां दे खिलाफ है, इसलिए वो नीतियां अज कटहरे दे विच ने, सरकारां भी डरदियां ने। सरकारों को पता है कि बड़ा पोचा पाची करके नीतियां नूं नवीं पेश करके वो कर दिंदियां, किसानां दे विच भी भंबल भुसे पैदा होंदे ने। कदे उन्हां दी फसल बीमा स्कीम नूं कह दिओ, कदे कर्जा माफी की गल कह दिओ। ये गल्लां बड़ियां छोटियां ने, ये सिर्फ वोटां बटोरन वालियां ने। असल नीति है जिहड़ी वो नीति बर्बादी वाली है, अज जमीनां ते कब्जे करन वाली। अज ये कारपोरेट घराणे, इन्हां नूं जमीनां दा की हेज हो गया, इन्हां नूं की शौक है जमीनां ते आउण दा। ਇਹ ਤਾਂ ਜ਼ਮੀਨਾਂ ਤੋਂ ਨਫ਼ਰਤ ਕਰਦੇ ਸੀ, ਕਿਸਾਨ ਨੂੰ ਨਫ਼ਰਤ ਕਰਦੇ ਸੀ ਕਿ ਮਿੱਟੀ 'ਚ ਮਿੱਟੀ ਹੋਣ ਵਾਲਾ ਧੰਦਾ ਹੈ, ਇਸ ਤੋਂ ਆਪਾਂ ਨੇ ਕੀ ਲੈਣਾ। ਅੱਜ ਉਹ ਕਹਿੰਦੇ ਤੁਹਾਨੂੰ ਖੇਤੀਬਾੜੀ ਦਾ ਪਤਾ ਨਹੀਂ। ਖੇਤੀਬਾੜੀ ਦਾ ਪਤਾ ਜਿਵੇਂ ਅਮਰੀਕਾ 'ਚ ਵੱਡੀ ਫਾਰਮਿੰਗ ਕਰਕੇ ਉਹ ਘਰਾਣੇ ਕਰ ਰਹੇ ਨੇ, ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਵੀ ਵੱਡੇ ਘਰਾਣੇ ਇਹੋ ਹੀ ਵੱਡੇ ਫਾਰਮ ਬਣਾ ਕੇ ਚੰਗੀ ਮਸ਼ੀਨਰੀ, ਚੰਗੀ ਤਕਨੀਕ ਕਹਿੰਦੇ ਅਸੀਂ ਖੇਤੀ ਕਰਾਂਗੇ ਔਰ ਖੇਤੀ 'ਚ ਬੜਾ ਵੱਡਾ ਇਨਕਲਾਬ ਕਰ ਦੇਵਾਂਗੇ। ਪਰ ਉਹਦਾ ਸਿੱਟਾ ਇਹ ਹੋਣਾ कि तुसी लोग, असी लोग जिहड़े 86 या 90% जिहड़े पुश्तां तों खेती करते हैं, अन्नदाता भी हाँ और रोजगार का साधन भी है, साडा ये बनिया होया, उन्हां नूं बेदखल करनगे, उन्हां दी जमीनां दे काबज होणगे। वो जमीनां जिहड़ियां जमीनां ने हर कुछ सानूं दिता है, सरकार ने साडे कोल कोई रहण नहीं दिता हुण तक, ना साडे कोल नौकरी है, ना साडे कोल कोई चंगी व्यवस्था है। साडा जीवन पद्धर ही थल्ले गिरदा जा रहा है, ना नौकरी देण तो कोई तैयार ही नहीं। सो जमीनां जे साडे कोल हैगियां, आपां गुजारा कर लैंदे इस दे उपर, रोजगार भी साडा है, अज उन्हां नूं भी खोना है। इसलिए कारपोरेट घराणियां दा अज 1 पॉइंट प्रोग्राम है। इन्हां ने सारे पैदावारी के साधनों के उपर, कारखाने ते इन्हां दा कब्जा है, बैंकां ते इन्हां दा कब्जा है, भावें RBI होवे कोई होर बैंक होवे, सरकारां दे काबज ने। किहड़ा पैदावारी का साधन है जिहदे उपर राज करन वालियां जमातां कारपोरेट घराणे काबज ने। ये जमीनां जिहड़ियां 4 फुट थल्ले अपनी जमीन तो, कोई तेल जमीन चों निकले, सोना निकले, लोहा निकले, कोला निकले, सारी सरकार की मालकी है। तुसीं मिट्टी बेच रहे हो, तुहानूं पता है
ਕਿ 4 ਫੁੱਟ ਤੋਂ ਥੱਲੇ ਆਪਾਂ ਮਿੱਟੀ ਨਹੀਂ ਵੇਚ ਸਕਦੇ। ਕਹਿੰਦੇ ਸਰਕਾਰ ਮਾਲਕ ਹੈ 4 ਫੁੱਟ ਤੋਂ ਥੱਲੇ ਜ਼ਮੀਨ ਦੀ, ਇਹਦੇ ਉੱਪਰ ਵੀ ਪਹਿਲਾਂ ਮਾਲਕ ਨੇ ਪੈਦਾਵਾਰੀ ਦਾ ਸਾਧਨ ਹੈ ਜ਼ਮੀਨ, ਪਰ ਉਸ ਤੋਂ ਉੱਪਰ ਜੋ ਪੈਦਾ ਹੁੰਦਾ ਹੈ, ਜਿਹੜਾ ਅਨਾਜ ਪੈਦਾ ਹੁੰਦਾ ਹੈ, ਜਿਹਨੂੰ ਸਾਰਾ ਦੇਸ਼ ਵਿਦੇਸ਼ ਕਹਿੰਦਾ ਹੈ, ਅੱਜ ਉਹਦੇ ਉੱਪਰ ਵੀ ਇਜਾਰੇਦਾਰੀ ਕਾਇਮ ਕਰਨੀ ਹੈ, ਉਹਦੇ ਉੱਪਰ ਵੀ ਕਬਜ਼ਾ ਕਰਨਾ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ, ਮੈਂ ਕਹਿੰਦਾ ਅੱਜ ਨਹੀਂ ਹੋਣਾ, ਇਹ ਹੋ ਸਕਦਾ 10 ਸਾਲ ਤੱਕ ਹੋਵੇ, ਕਿ ਜ਼ਮੀਨਾਂ ਜਿਹੜੀਆਂ ਅਨਾਜ ਪੈਦਾ ਕਰਦੀਆਂ ਨੇ, ਜਦੋਂ ਇਹਨਾਂ ਦੇ ਹੱਥਾਂ ਦੇ ਵਿੱਚ ਗਈਆਂ ਤਾਂ ਅਨਾਜ ਦੇ ਉੱਪਰ ਇਜਾਰੇਦਾਰੀ ਹੋਏਗੀ। ਅਨਾਜ ਦੀ ਖਪਤ ਨੇ ਵਧਣਾ, ਇਹਨੇ ਘਟਣਾ ਨਹੀਂ। ਇਨਸਾਨ ਨੇ ਖਾਣਾ ਵੀ ਹੈ, ਕੱਪੜੇ ਵੀ ਪਾਣੇ ਨੇ, ਇਸ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ। ਜੇ ਇਹ ਜਿਹੜਾ ਅਨਾਜ ਹੈ ਇਹਨਾਂ ਦੇ ਕਬਜ਼ੇ 'ਚ ਹੋਇਆ, ਇਹਨਾਂ ਦੇ ਸਾਈਲੋ 'ਚ ਪਿਆ ਹੋਇਆ, ਲੋੜ ਪੈਣ ਤੇ ਕਿੰਨਾ ਮਹਿੰਗਾ ਦੇਣਗੇ, ਖਪਤਕਾਰ ਦੀ ਕਿੰਨੀ ਲੁੱਟ ਕਰਨਗੇ। ਅੱਜ ਵੀ ਅਨਾਜ ਦੀ ਕਿੰਨੀ ਉਹ ਹੈ। ਪੰਜਾਬ ਹਰਿਆਣੇ ਨੂੰ ਛੱਡੋ, ਪੰਜਾਬ ਹਰਿਆਣੇ ਤੋਂ ਬਾਹਰ ਸਾਰੇ ਦੇਸ਼ ਦੇ ਅੰਦਰ ਲੋਕਾਂ ਦੀ ਹਾਲਤ ਤਾਂ ਦੇਖੋ ਕੀ ਹੈ। 3 ਟਾਈਮ ਰੋਟੀ ਨਹੀਂ ਮਿਲਦੀ, ਤਰਸਦੇ ਫਿਰਦੇ ਨੇ, ਤਨ ਦੇ ਪਰ ਪੂਰੇ ਕੱਪੜੇ ਨਹੀਂ। ਜੇ ਹੁਣ ਜੇ ਇਹ ਪੈਦਾਵਾਰ ਹੈ ਕਿ ਇਹ ਹਾਲਤ ਹੈ ਦੇਸ਼ ਦੀ ਕਿ ਦੇਸ਼ ਦੇ ਲੋਕ ਕਿੰਨੇ ਭੁੱਖੇ ਨੇ, ਰੋਟੀ ਨਹੀਂ ਮਿਲਦੀ। ਜੇ ਅਨਾਜ ਸਾਰਾ ਇਹਦੇ ਸਾਈਲੋ 'ਚ ਜਮਾ ਹੋ ਜਾਏ, ਇਜਾਰੇਦਾਰੀ ਇਹਨਾਂ ਦੀ ਕਾਇਮ ਹੋਵੇ, ਸਾਨੂੰ ਬੇਦਖਲੀ ਕਰ ਦੇਣ, ਤਾਂ ਦੇਸ਼ ਦਾ ਬਣਨਾ ਕੀ ਹੈ। ਅਰਥਚਾਰਾ ਟੁੱਟਿਆ ਪਹਿਲਾਂ ਹੀ ਹੈ, ਤਾਂ ਕਿੱਥੇ ਬਣੂਗਾ ਦੇਸ਼ ਦਾ। ਮੈਂ ਕਹਿੰਦਾ ਖਾਨਾ ਜੰਗੀ ਸ਼ੁਰੂ ਹੋਏਗੀ, ਐਸੀ ਭੁੱਖਮਰੀ ਦਾ ਦੌਰ ਸ਼ੁਰੂ ਹੋਣਾ, ਖਾਨਾ ਜੰਗੀ ਸ਼ੁਰੂ ਹੋਣੀ ਹੈ। ਤਾਂ ਬਹੁਤ ਵੱਡਾ ਜਿਹੜਾ ਮੈਂ ਕਹਿੰਦਾ ਵੀ ਸੰਕੇਤ ਹੈ। ਇਹ ਜੇ ਪਾਲਿਸੀ ਬਦਲੀ ਨਾ, ਇਹ ਨੀਤੀ ਬਦਲੀ ਨਾ, ਦੇਸ਼ 'ਚ ਤਬਦੀਲੀ ਨਾ ਆਈ, ਜਿਹੜਾ ਦੌਰ ਚੱਲ ਰਿਹਾ ਹੈ, ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਦੇਸ਼ ਦੇ ਲੋਕਾਂ ਦਾ ਹੋਣ ਵਾਲਾ ਹੈ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਮੁੱਖ ਦੁਸ਼ਮਣ ਅੱਜ ਦੇਸ਼ ਦੀ, ਕੇਵਲ ਆਰਥਿਕ ਨੀਤੀ ਦੇ ਸਵਾਲ ਨਹੀਂ, ਇਹ ਸਮਾਜਿਕ ਨੀਤੀ ਇਹਨਾਂ ਦੀ ਹੋਵੇ, ਦੇਸ਼ ਨੂੰ ਪੜਨ ਵਾਲੀ ਨੀਤੀ, ਦੇਸ਼ ਦੇ ਲੋਕਾਂ ਨੂੰ ਲੜਾਉਣ ਵਾਲੀ ਨੀਤੀ, ਧਰਮਾਂ ਦੇ ਲੜਾਉਣ ਵਾਲੀ ਨੀਤੀ, ਭਾਸ਼ਾ ਦੇ ਲੜਾ ਦਿਓ ਇਹਨਾਂ ਨੂੰ। ਇਹ ਨੀਤੀ ਬੜੀ ਖਤਰਨਾਕ ਹੈ। ਕਿਸ ਤਰ੍ਹਾਂ ਦੇਸ਼ ਨੂੰ ਇੱਕ ਰੱਖਣਗੇ। ਉਹ ਦੇਸ਼ ਜਿਹੜਾ ਵੱਖ-ਵੱਖ ਸੂਬਿਆਂ ਦਾ, ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਬੋਲੀਆਂ ਦਾ ਰਲ ਕੇ ਇੱਕ ਦੇਸ਼ ਬਣਿਆ। ਅੱਜ ਉਹੀ ਪਾਰਟੀ ਜਿਹੜੀ ਇਸਦੀ ਪਹਿਰਾਬਰਦਾਰੀ ਕਰਦੀ ਹੈ, ਤੁਸੀਂ ਲੜੋ, ਤੁਹਾਨੂੰ ਵੱਖਵਾਦੀ ਕਿਹਾ ਜਾਂਦਾ ਕਿ ਇਹ ਦੇਸ਼ ਤੋੜਨਗੇ, ਕਿਸੇ ਨੂੰ ਕਹਿੰਦੇ ਨੇ ਇਹ ਅੱਤਵਾਦੀ ਨੇ, ਇਹ ਦੇਸ਼ ਤੋੜਨਗੇ, ਇਹਨਾਂ ਤੋਂ ਖਤਰਾ ਹੈ। ਪਰ ਦੇਸ਼ ਤੋੜ ਉਹ ਰਹੇ ਹੈ ਜਿਹਦੀ ਨੀਤੀ ਦਾ ਮੈਂ ਜ਼ਿਕਰ ਕੀਤਾ ਹੈ। ਦੇਸ਼ ਨੂੰ ਅਸਲਮਾਨਿਆਂ 'ਚੋਂ ਤੋੜ ਰਹੇ ਹੈ, ਉਹਨਾਂ ਨੇ ਦੇਸ਼ ਨੂੰ ਤੋੜਨਾ, ਉਹ ਤੋੜ ਕੇ ਹੀ ਰਾਜ ਕਰਨਾ ਚਾਹੁੰਦੇ ਨੇ। ਸੋ ਬੜਾ ਖਤਰਨਾਕ ਰੁਝਾਨ ਹੈ, ਬੜੀ ਖਤਰਨਾਕ ਪਾਰਟੀ ਹੈ, ਖਤਰਨਾਕ ਨੀਤੀਆਂ ਨੇ। ਕਿਸਾਨ ਮੋਰਚੇ ਨੇ ਇਹਨਾਂ ਸਾਰੀਆਂ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਹੀ ਨਹੀਂ ਕੀਤਾ, ਪਰ ਇੱਕ ਬਹਿਸ ਦਾ ਜਿਹੜਾ ਵਿਸ਼ਾ ਬਣਾਇਆ ਸਾਰੇ ਦੇਸ਼ ਦੇ ਅੰਦਰ। ਇਸੇ ਲਈ ਰਾਜ ਕਰਨ ਵਾਲੀਆਂ ਜਮਾਤਾਂ ਔਰ ਉਹਨਾਂ ਦੀ ਤਰਜਮਾਨੀ ਕਰਨ ਵਾਲੀਆਂ ਸਰਕਾਰਾਂ ਅੱਜ ਭੈ ਭੀਤ ਨੇ, ਅੱਜ ਮੋਰਚੇ ਤੋਂ ਵੀ ਦੁਖੀ ਨੇ। ਭਾਨ ਦੇ ਜਿਹੜੀਆਂ ਸਾਜ਼ਿਸ਼ਾਂ ਰਚਦੀਆਂ ਨੇ ਮੋਰਚੇ ਨੂੰ ਫੇਲ ਕਰਨ ਦੇ ਲਈ, ਪਰ ਮੋਰਚਾ ਤਕੜਾ ਹੈ, ਮੋਰਚਾ ਬਲਵਾਨ ਹੈ, ਮੋਰਚਾ ਅੱਗੇ ਵਧ ਰਿਹਾ ਹੈ। ਸਾਰੀਆਂ ਸਾਜ਼ਿਸ਼ਾਂ ਦਾ ਅਸੀਂ ਟਾਕਰਾ ਵੀ ਕੀਤਾ, ਉਹਨੂੰ ਨੰਗਾ ਵੀ ਕੀਤਾ ਹੈ। 1 ਸਾਲ ਦਾ ਤਜਰਬਾ ਐਸਾ ਹੈ ਕਿ ਜਿੱਥੇ ਲੜਨ ਦੇ ਸਾਨੂੰ ਵੱਖ-ਵੱਖ ਢੰਗ ਤਰੀਕੇ ਅਸੀਂ ਸਿੱਖੇ ਨੇ, ਇਹੋ ਜਿਹੇ ਢੰਗ ਤਰੀਕੇ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ। ਕਦੇ ਸੋਚਿਆ ਸੀ ਕਿ ਬਰਾਬਰ ਪਾਰਲੀਮੈਂਟ ਚੱਲੇਗੀ, ਕਦੇ ਸੋਚਿਆ ਸੀ ਕੋਈ ਵਿਪ ਜਾਰੀ ਹੋਊਗਾ, ਕਿਸੇ ਨਹੀਂ ਸੀ ਸੋਚਿਆ। ਇਹ ਸੰਘਰਸ਼ ਹੈ ਜਿਹੜਾ, ਇਹ ਜਿੱਥੇ ਸਾਨੂੰ ਹਮੇਸ਼ਾ ਹੋਰ ਗਿਆਨਵਾਨ ਬਣਾ ਰਿਹਾ ਹੈ, ਉਹ ਸਾਰੇ ਦੇਸ਼ ਦੇ ਅੰਦਰ ਐਸੀ ਚੇਤਨਤਾ, ਐਸੀ ਜਾਗਰੂਕਤਾ ਫੈਲਾ ਰਿਹਾ ਹੈ ਜਿਹੜੀ ਕਦੇ ਵੀ ਨਹੀਂ ਸੀ ਆਈ। ਔਰ ਸਰਕਾਰ ਦੇ ਹੱਥ ਕੰਡੇ ਵੀ ਇੱਕ ਇੱਕ ਕਰਕੇ ਨੰਗੇ ਹੁੰਦੇ ਜਾ ਰਹੇ ਨੇ। ਉਹ ਚਾਹੁੰਦੇ ਸੀ ਕੋਰਟਾਂ ਰਾਹੀਂ ਮੋਰਚੇ ਨੂੰ ਫੇਲ ਕਰ ਦਈਏ, ਪੁਲਿਸ ਦੀ ਵਰਤੋਂ ਕਰਕੇ ਫੇਲ ਕਰ ਦਈਏ। ਇਹ ਸਾਰੀਆਂ ਗੱਲਾਂ ਫੇਲ ਹੋ ਚੁੱਕੀਆਂ ਨੇ, ਕਿਸੇ ਰਾਹੀਂ ਮੋਰਚਾ ਫੇਲ ਨਹੀਂ ਹੁੰਦਾ। ਮੋਰਚੇ ਨੂੰ ਕੋਈ ਡਰ ਨਹੀਂ, ਮੋਰਚਾ ਤਾਂ ਹੱਕ ਔਰ ਸੱਚ ਦੇ ਉੱਪਰ ਖੜਾ ਹੈ। ਜਿਹੜਾ ਹੱਕ ਔਰ ਸੱਚ ਦੀ ਲੜਾਈ ਲੜਦਾ ਹੈ, ਜਿਹਨੂੰ ਪਤਾ ਕਿ ਮੇਰੇ ਕੋਲ ਹੈ ਹੀ ਇਹ ਹੈ, ਇਸ ਤੋਂ ਵੱਧ ਕੁਝ ਰਹਿਣਾ ਨਹੀਂ, ਮਰਦਾ ਕੀ ਨਹੀਂ ਕਰਦਾ, ਮੋਰਚਾ ਉਸ ਦੇ ਉੱਪਰ ਹੈ। ਸਰਕਾਰਾਂ ਫੇਲ ਹੋ ਰਹੀਆਂ ਨੇ, ਸਰਕਾਰਾਂ ਬੈਕ ਫੁੱਟਦੇ ਨੇ, ਉਹ ਦਿਨ ਦੂਰ ਨਹੀਂ, ਬੜਾ ਥੋੜਾ ਸਮਾਂ ਰਹਿੰਦਾ ਹੈ ਕਿ ਖੇਤੀ ਕਾਨੂੰਨ ਤਾਂ ਰੱਦ ਹੋਣਾ ਹੀ ਹੈ। ਇੱਕ ਐਸੀ ਤਬਦੀਲੀ ਸਮਾਜ ਦੇ ਵਿੱਚ ਆਉਣੀ ਹੈ, ਜਿਹੜੀ ਤਬਦੀਲੀ ਆਉਣ ਵਾਲੇ 40-50 ਸਾਲ ਦੇਸ਼ ਦੇ ਵਿੱਚ ਦਿਖੇਗੀ। ਕਿਤੇ ਵੀ ਕੋਈ ਚੋਣ ਹੋਏਗੀ, ਮੇਰੇ ਸਾਥੀ ਨੇ ਜ਼ਿਕਰ ਕੀਤਾ ਹੈ, ਇਹ ਚੋਣਾਂ ਹੋਈਆਂ, ਕਿਸਾਨ ਮੋਰਚੇ ਦਾ ਅਸਰ ਦਿਖਾਈ ਦਿੱਤਾ ਹੈ। ਇੱਥੇ ਨਹੀਂ, 2024 ਵੀ ਛੱਡ ਦਿਓ, ਇਸ ਤੋਂ ਬਾਅਦ ਮੋਰਚਾ ਜਿੱਤੀਏ, ਆਉਣ ਵਾਲੇ 40-50 ਸਾਲਾਂ ਦੇ ਅੰਦਰ ਜਿੱਥੇ ਵੀ ਦੇਸ਼ 'ਚ ਚੋਣਾਂ ਹੋਣੀਆਂ ਤਾਂ ਕਿਸਾਨ ਮੋਰਚੇ ਦਾ ਜ਼ਿਕਰ ਹੋਏਗਾ, ਕਿਸਾਨ ਮੁੱਦੇ ਦਾ ਜ਼ਿਕਰ ਹੋਏਗਾ। ਔਰ ਇਹਨਾਂ ਦੇ ਸੰਦਰਭ ਦੇ ਵਿੱਚ ਵੀ ਇਹਨਾਂ ਨੂੰ ਮੱਦੇਨਜ਼ਰ ਲੋਕ ਰੱਖ ਕੇ ਆਪਣਾ ਫਤਵਾ ਦੇਣਗੇ। ਇਹ ਐਸੀ ਵੱਡੀ ਪ੍ਰਾਪਤੀ ਹੈ। ਸੋ ਥੋੜਾ ਜ਼ਿਆਦਾ ਸਮਾਂ ਲਿਆ, ਤਕੜੇ ਹੋ, ਹੌਸਲਾ ਰੱਖੋ। ਜਿਹੜੇ ਪੰਜਾਬ 'ਚ ਬੈਠੇ ਨੇ, ਕੰਮ ਨਿਬੜ ਗਿਆ, ਕਣਕ ਬੀਜ ਗਈ ਹੈ, ਝੋਨਾ ਥੋੜਾ ਰਹਿੰਦਾ ਹੈ, ਉਹ ਵੀ ਖਤਮ ਹੋਣ ਵਾਲਾ ਹੈ।
ਵੱਡੀ ਗਿਣਤੀ 'ਚ ਸੁਨੇਹੇ ਦਿਓ, ਮੋਰਚਾ ਦੇ ਪਰਤੋ, ਤਾਂ ਕਿ ਸਰਕਾਰ ਦੇ ਉੱਪਰ ਤਕੜਾ ਦਬਾਅ ਬਣਾਈਏ, ਉਹ ਜਲਦੀ ਖੇਤੀ ਕਾਨੂੰਨ ਨੂੰ ਰੱਦ ਕਰੇ ਔਰ MSP ਦੇ ਜਿਹੜਾ ਕਾਨੂੰਨ ਬਣਾਵੇ। ਆਪਾਂ ਖੁਸ਼ ਹੋ ਕੇ ਜੈਕਾਰੇ ਛੱਡ ਕੇ ਜਿੱਦੇ ਆਪਣੇ ਘਰਾਂ ਨੂੰ ਵਾਪਸ ਮੁੜੀਏ। ਇੰਨੀ ਬੇਨਤੀ ਕਰਕੇ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।